ਸਤਿ ਸ੍ਰੀ ਅਕਾਲ ਜੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਹਵਾ ਸੁਮਨ ਚੰਦਾ। ਡੇਰਾ ਪ੍ਰੇਮੀਆਂ ਵੱਲੋਂ ਅੱਜ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ 'ਚ ਉਹਨਾਂ ਮੌਜੂਦਾ ਕਾਂਗਰਸ ਅਤੇ ਪਿਛਲੀ ਅਕਾਲੀ ਭਾਜਪਾ ਸਰਕਾਰਾਂ ਤੇ ਗੰਭੀਰ ਇਲਜ਼ਾਮ ਲਗਾਏ। ਉਹਨਾਂ ਦੇ ਮੁਤਾਬਕ ਇਹਨਾਂ ਦੋਹਾਂ ਪਾਰਟੀਆਂ ਨੂੰ 2007 ਅਤੇ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਸਮਰਥਨ ਦੇਣਾ ਡੇਰੇ ਨੂੰ ਮਹਿੰਗਾ ਪਿਆ ਅਤੇ ਪਾਰਟੀਆਂ ਨੂੰ ਸਮਰਥਨ ਦੇਣ ਦਾ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪਿਆ। ਉਧਰ ਕਾਂਗਰਸ ਨੇ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਅਤੇ ਕਿਹਾ ਕਿ ਡੇਰੇ ਨੇ ਕਾਂਗਰਸ ਨੂੰ ਸਮਰਥਨ ਦਿੱਤਾ ਸੀ, ਪਰ ਪਾਰਟੀ ਨੇ ਕਿਸੇ ਦੇ ਨਾਲ ਕੋਈ ਸੌਦੇਬਾਜ਼ੀ नहीं की, जिवें कि अकाली दल ने की सी। नाल ही उन्होंने पंजाब पुलिस ते गंभीर इल्जाम लगाते कहा कि पंजाब पुलिस वालों भी जेल च डेरा प्रेमियों ते तशद्दद ढाई जा रही है और बेवजह उन्होंने तंग परेशान किया जा रहा है। सियासी समर्थन को लैके डेरे का खुल के सामने आना कई तरह के सवाल खड़े कर रहा है, जिस ते अज असीं चर्चा करांगे। पर उस तो पहला वेखदे हां कि डेरा प्रेमियों ते पार्टियां ने की कुछ किया। ਬਰਗਾੜੀ ਬੇਅਦਬੀ ਮਾਮਲੇ ਨੂੰ ਲੈ ਕੇ ਸਿਆਸਤ ਮੁੜ ਤੋਂ ਗਰਮਾ ਗਈ ਹੈ। 7 ਡੇਰਾ ਪ੍ਰੇਮੀਆਂ ਦੀ ਗ੍ਰਿਫਤਾਰੀਆਂ ਤੋਂ ਬਾਅਦ ਇਹ ਸਿਆਸਤ ਗਰਮਾਈ ਹੋਈ ਹੈ। ਪਹਿਲੀ ਵਾਰ ਡੇਰੇ ਵੱਲੋਂ ਇਸ ਸੰਬੰਧੀ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਸੂਬੇ ਦੀ ਮੌਜੂਦਾ ਅਤੇ ਪਿਛਲੀ ਅਕਾਲੀ ਭਾਜਪਾ ਸਰਕਾਰ ਤੇ ਗੰਭੀਰ ਇਲਜ਼ਾਮ ਲਗਾਏ ਗਏ। ਪ੍ਰੈਸ ਕਾਨਫਰੰਸ ਦੇ ਦੌਰਾਨ ਡੇਰਾ ਪ੍ਰੇਮੀਆਂ ਨੇ ਕਿਹਾ ਕਿ 2007 ਅਤੇ 2017 ਚ ਸਿਆਸੀ ਪਾਰਟੀਆਂ ਨੂੰ ਸਮਰਥਨ ਦੇਣਾ ਉਹਨਾਂ ਨੂੰ ਮਹਿੰਗਾ ਪਿਆ। ਦਰਅਸਲ 2007 ਚ ਡੇਰੇ ਨੇ ਕਾਂਗਰਸ ਪਾਰਟੀ ਨੂੰ ਸਮਰਥਨ ਦਿੱਤਾ ਸੀ ਅਤੇ 2017 ਚ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਥਨ ਦਿੱਤਾ ਗਿਆ ਸੀ। ਡੇਰੇ ਦੇ ਪ੍ਰਬੰਧਕਾਂ ਦੇ ਮੁਤਾਬਕ ਪਾਰਟੀਆਂ ਨੂੰ ਸਮਰਥਨ ਦੇਣਾ ਉਹਨਾਂ ਨੂੰ ਮਹਿੰਗਾ ਪਿਆ ਹੈ। ਖਾਸ ਗੱਲ ਇਹ ਹੈ ਕਿ ਡੇਰਾ ਪਹਿਲੀ ਵਾਰ ਖੁੱਲ੍ਹ ਕੇ ਇਸ ਤਰੀਕੇ ਦੇ ਨਾਲ ਸਾਹਮਣੇ ਆਇਆ ਅਤੇ ਉਸਨੇ ਖੁੱਲ੍ਹ ਕੇ ਇਸ ਗੱਲ ਨੂੰ ਵੀ ਕਬੂਲਿਆ ਕਿ ਡੇਰੇ ਵੱਲੋਂ ਸਿਆਸੀ ਪਾਰਟੀਆਂ ਨੂੰ ਸਮਰਥਨ ਦਿੱਤਾ ਗਿਆ ਸੀ। ਚੰਡੀਗੜ੍ਹ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਦੌਰਾਨ ਡੇਰਾ ਪ੍ਰੇਮੀਆਂ ਨੇ ਪੰਜਾਬ ਪੁਲਿਸ ਤੇ ਵੀ ਗੰਭੀਰ ਇਲਜ਼ਾਮ ਲਗਾਏ। ਉਹਨਾਂ ਦੇ ਮੁਤਾਬਕ ਪੰਜਾਬ ਪੁਲਿਸ ਨੇ ਜੇਲ੍ਹ ਅੰਦਰ ਡੇਰਾ ਪ੍ਰੇਮੀਆਂ ਤੇ ਕਈ ਤਰ੍ਹਾਂ ਦੀ ਤਸ਼ੱਦਦ ਕੀਤੀ ਅਤੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ। 2007 ਤੋਂ ਲੈ ਕੇ ਅਸੀਂ ਤਾਂ ਕਹਿ ਰਹੇ ਹਾਂ ਕੀ ਹੁੰਦਾ ਹੈ। 2007 ਦੇ ਵਿੱਚ ਵੀ ਸਾਡੇ ਨਾਲ ਤਾਂ ਜ਼ਿਆਦਤੀਆਂ ਹੋਈਆਂ, 2017 ਦੇ ਵਿੱਚ ਵੀ ਸਾਡੇ ਨਾਲ ਹੋ ਗਈਆਂ। ਜਿਹੜੀ ਉਦੋਂ ਹਕੂਮਤ ਸੀ ਉਦੋਂ ਉਹਨਾਂ ਨੇ ਕਰ ਲਈਆਂ, ਜਿਹੜੀ ਅੱਜ ਹਕੂਮਤ ਅੱਜ ਇਹ ਕਰ ਰਹੀ ਹੈ। ਨਾਲ ਜਿਹੜਾ ਇਹ ਪੇਸ਼ ਕਰਦੇ ਆ ਮਾਰ ਕੁੱਟ ਕੇ, ਇਹਦੇ ਨਾਲ ਪੰਜਾਬ ਦਾ ਮਾਹੌਲ ਜਿਹੜਾ ਹੈ ਅਮਨ ਸ਼ਾਂਤੀ ਵਾਲਾ ਨਹੀਂ ਰਹਿ ਰਿਹਾ, ਉਹ ਹੋਰ ਪਾਸੇ ਜਾ ਰਿਹਾ। ਮੁਲਜ਼ਮਾਂ ਨੂੰ ਬੁਲਾ ਕੇ ਉਹਦੇ ਤੇ ਕੇਸ ਚਲਾਉਣਾ ਹੈ, ਇਹ ਤਾਂ ਪੰਜਾਬ ਪੁਲਿਸ ਦਾ ਔਰ ਸੀਬੀਆਈ ਦਾ ਮਾਮਲਾ ਹੈ ਵੀ ਉਹਨਾਂ ਨੂੰ ਫਾਈਲ ਵਾਪਸ ਨਹੀਂ ਮਿਲੀ ਤਾਂ ਉਹਨਾਂ ਨੇ ਕੀ ਕਾਰਵਾਈ ਕਰਨੀ ਹੈ, ਇੱਕ ਦੂਜੇ ਤੇ ਕੀ ਨਹੀਂ ਕਰਨੀ। ਇਹ ਇਹਨਾਂ ਦਾ ਕੀ ਆਰੋਪ ਹੈ? ਇਹਨਾਂ ਦੇ ਸਾਰੀ ਕਹਾਣੀ ਜਿਹੜੀ ਝੂਠੀ ਕਿਉਂ ਬੜੀ ਗਈ ਹੈ, ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ। ਉਧਰ ਕਾਂਗਰਸ ਪਾਰਟੀ ਨੇ ਕਿਹਾ ਕਿ ਪਾਰਟੀ ਨੇ ਡੇਰੇ ਦਾ ਸਮਰਥਨ ਲਿਆ ਸੀ, ਪਰ ਅਕਾਲੀ ਬੀਜੇਪੀ ਵਾਂਗ ਸੌਦੇਬਾਜ਼ੀ ਨਹੀਂ ਕੀਤੀ ਸੀ। ਉਹਨਾਂ ਅਕਾਲੀ ਬੀਜੇਪੀ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਦਲ ਦੇ ਦਬਾਅ ਹੇਠ ਡੇਰਾ ਮੁਖੀ ਨੂੰ ਮੁਆਫੀ ਦਿੱਤੀ ਗਈ। ਉਹਨਾਂ ਦੇ ਮੁਤਾਬਕ ਅਕਾਲੀ ਦਲ ਨੇ ਡੇਰਾ ਮੁਖੀ ਨੂੰ ਮੁਆਫੀ ਦੇਣ ਦੇ ਲਈ ਸੌਦੇਬਾਜ਼ੀ ਕੀਤੀ, जिस दा खमियाजा अकाली दल नूं भुगतना पिया। सुखबीर बादल ने अकाल तख्त के जथेदार को हुक्म भेज करके माफी दिला दी। ये किसने दिलाई भाई? और श्रोमणी कमेटी के गोलक से 1 करोड़ रुपए के इश्तिहार भी सुखबीर बादल ने इसलिए दिलाए कि डेरा सच्चा सौदा को माफी जो दी गई है वो बिल्कुल ठीक है। सुखबीर बादल जी, ये सौदा था, ये लालच था और उन्हें माफ करने के लिए आपने सौदा किया। गुरु ग्रंथ साहब के पावन पवित्र अपमान का ये बर्दाश्त नहीं किया जा सकता। दरअसल डेरा मुखी दे नाल सिख जगत दा तकरार डेरा सलाबतपुर दे घटनाक्रम तो बाद शुरू होया सी, जो अजे तक जारी है। इस कांड तो बाद सिख जगत च रोस पाया गया ਅਤੇ ਡੇਰਾ ਮੁਖੀ ਦੇ ਖਿਲਾਫ ਸ੍ਰੀ ਦਮਦਮਾ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 17 ਮਈ 2007 ਨੂੰ ਹੁਕਮਨਾਮਾ ਜਾਰੀ ਹੋਇਆ ਸੀ, ਜੋ ਕਿ 24 ਸਤੰਬਰ 2015 ਨੂੰ ਮੁਆਫੀਨਾਮੇ 'ਚ ਬਦਲ ਕੇ ਇੱਕ ਵਿਆਪਕ ਰੋਸ ਦਾ ਜ਼ਰੀਆ ਬਣਿਆ। 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਚੋਰੀ ਹੋਣਾ ਅਤੇ 11 ਅਕਤੂਬਰ 2015 ਨੂੰ ਪਾਵਨ ਸਰੂਪ ਦੇ ਅੰਗ ਬਰਗਾੜੀ ਦੀਆਂ ਗਲੀਆਂ 'ਚ ਬੇਪਤ ਕਰਕੇ ਖਿਲਾਰਨੇ, ਜਿੱਥੇ ਇਸ ਕੜੀ ਦੇ ਨਾਲ ਜੁੜਿਆ ਇੱਕ ਦਰਦਨਾਕ ਪੱਖ ਹੈ, ਉੱਥੇ ਹੀ ਹੁਣ ਤੱਕ 4 ਸਿੱਖ ਨੌਜਵਾਨਾਂ ਨੂੰ ਆਪਣੀ ਜਾਨ ਵੀ ਗਵਾਉਣੀ ਪਈ। ਬਹਰਹਾਲ ਹੁਣ ਖੁੱਲ੍ਹ ਕੇ ਡੇਰੇ ਦੇ ਸਿਆਸੀ ਕਨੈਕਸ਼ਨ ਨੂੰ ਲੈ ਕੇ ਸਾਹਮਣੇ ਆਉਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ ਹੈ। ਸਵਾਲ ਕੀ ਬਰਗਾੜੀ ਬੇਅਦਬੀ ਮਾਮਲੇ 'ਚ ਸਿਆਸੀ ਪਾਰਟੀਆਂ ਨੂੰ ਸਮਰਥਨ ਦੇਣਾ ਡੇਰੇ ਨੂੰ ਮਹਿੰਗਾ ਪਿਆ? ਕੀ ਬੇਅਦਬੀ ਮਾਮਲੇ ਦੀ ਜਾਂਚ ਨੂੰ ਲੈ ਕੇ ਸਿਰਫ ਸਿਆਸੀ ਰੋਟੀਆਂ ਹੀ ਸੇਕੀਆਂ ਜਾ ਰਹੀਆਂ ਨੇ ਅਤੇ ਕੀ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਤੇ ਸਿਆਸਤ ਹਾਵੀ ਹੋ ਰਹੀ ਹੈ?
ब्यूरो रिपोर्ट, जी मीडिया। तो उधर डेरा विरोधी भुपिंदर गोरा ने भी डेरे वालों की गई प्रेस कॉन्फ्रेंस से निशाना साधा। उन्होंने कहा कि जिन्नियां मर्जी सफाइयां दे लैन, सिख कौम डेरा प्रेमियों और गुरमीत राम रहीम कदे माफ नहीं करेगी। नाल ही उन्होंने इस मामले की जांच कर रही CBI ते भी कई तरह के सवाल खड़े किए। पिछले दिन ही प्रेमी ਜਿਹੜੇ ਚੱਕੇ ਸੀ ਉਹਨਾਂ ਨੇ ਇਹ ਕਿਹਾ ਸੀ ਵੀ ਰਾਮ ਰਹੀਮ ਦਾ ਉਹਨਾਂ ਨੇ ਹੀ ਨਾਂ ਲੈ ਕੇ ਇਹ ਜਿਹੜੀ ਕਿਹਾ ਸੀ ਵੀ ਉਹ ਬੇਅਦਬੀ ਸਾਥੋਂ ਰਾਮ ਰਹੀਮ ਨੇ ਕਰਾਈ ਹੈ ਤੇ 3 ਮਹੀਨੇ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕਰਕੇ ਰੱਖਿਆ ਗਿਆ ਸੀਗਾ। ਤੇ ਜੇ ਹੁਣ ਵੀ CBI ਨਹੀਂ ਹਟੂਗੀ ਤੇ BJP ਸਰਕਾਰ ਨਹੀਂ ਵੀ ਹਟੂਗੀ ਤਾਂ ਫਿਰ ਸਿੱਖ ਕੌਮ ਪੂਰੀ ਇਹਨਾਂ ਨੂੰ ਕਦੇ ਵੀ ਮਾਫ ਨਹੀਂ ਕਰੂਗੀ ਤੇ ਨਾਲ ਹੀ ਜਿਹੜੀਆਂ ਕੋਈ ਪਾਰਟੀਆਂ CBI ਦੇ ਪੱਖ 'ਚ ਹੈ ਉਹਨਾਂ ਦਾ ਡਟ ਕੇ ਵਿਰੋਧ ਕਰੂਗੀ ਪੂਰੀ ਸਿੱਖ ਕੌਮ। ਸੋ ਇਸੇ ਨਾਲ ਸੰਬੰਧਿਤ ਅੱਜ ਦਾ ਸਾਡਾ ਸਵਾਲ ਵੀ ਹੈਗਾ ਜਿਹੜਾ ਅਸੀਂ ਦਰਸ਼ਕਾਂ ਤੋਂ ਪੁੱਛਣ ਜਾ ਰਹੇ ਹਾਂ ਕਿ ਵਾਕਈ ਬਰਗਾੜੀ ਬੇਅਦਬੀ ਮਾਮਲੇ ਦੇ ਵਿੱਚ ਜਿਹੜੀ ਸਿਆਸੀ ਪਾਰਟੀਆਂ ਨੂੰ ਸਮਰਥਨ ਦੇਣਾ ਇਹ ਡੇਰੇ ਨੂੰ ਮਹਿੰਗਾ ਪਿਆ ਜੋ ਇਹ ਇਲਜ਼ਾਮ ਲਗਾਏ ਗਏ ਨੇ। ਜੇਕਰ ਤੁਹਾਡਾ ਜਵਾਬ ਹਾਂ ਦੇ ਵਿੱਚ ਹੈ ਤਾਂ ZPHH Y ਟਾਈਪ ਕਰਕੇ ਭੇਜ ਸਕਦੇ ਹੋ। ਜੇਕਰ ਤੁਹਾਡਾ ਜਵਾਬ ਨਾ ਦੇ ਵਿੱਚ ਹੈ ਤਾਂ ZPHH N ਟਾਈਪ ਕਰਕੇ ਤੁਸੀਂ ਸਾਨੂੰ 57575 ਤੇ ਭੇਜ ਸਕਦੇ ਹੋ। ਸੋ ਜਿਨ੍ਹਾਂ ਸਵਾਲਾਂ ਦੇ ਅੱਜ ਜਵਾਬ ਤਲਾਸ਼ਣ ਦੀ ਕੋਸ਼ਿਸ਼ ਕਰਾਂਗੇ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਆਖਿਰ ਬੇਅਦਬੀ ਮਾਮਲੇ ਦੀ ਜਾਂਚ ਨੂੰ ਲੈ ਕੇ ਕੀ ਸਿਰਫ ਸਿਆਸੀ ਰੋਟੀਆਂ ਹੀ ਸੇਕੀਆਂ ਜਾ ਰਹੀਆਂ ਨੇ। ਸਾਡਾ ਅੱਜ ਦਾ ਪਹਿਲਾ ਸਵਾਲ ਇਹੀ ਰਹੇਗਾ, ਬੇਅਦਬੀ ਮਾਮਲੇ ਦੀ ਜਾਂਚ ਨੂੰ ਲੈ ਕੇ ਸਿਰਫ ਸਿਆਸੀ ਰੋਟੀਆਂ ਹੀ ਸੇਕੀਆਂ ਜਾ ਰਹੀਆਂ ਨੇ। ਸਾਡਾ ਅੱਜ ਦਾ ਦੂਸਰਾ ਸਵਾਲ, ਕੀ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਤੇ ਸਿਆਸਤ ਹਾਵੀ ਹੋ ਰਹੀ ਹੈ। ਜਿਸ ਤਰੀਕੇ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ 2007 ਦੇ ਵਿੱਚ ਵੀ ਸਮਰਥਨ ਦਿੱਤਾ, 2017 ਦੇ ਵਿੱਚ ਵੀ ਸਮਰਥਨ ਦਿੱਤਾ, ਕੀ ਇਸੇ ਕਰਕੇ ਹੀ ਇਹ ਜਾਂਚ ਜਿਹੜੀ ਹੈ ਉਹ ਮੁਕੰਮਲ ਨਹੀਂ ਹੋ ਪਾ ਰਹੀ ਹੈ। ਸਾਡਾ ਅੱਜ ਦਾ ਤੀਸਰਾ ਸਵਾਲ ਸਾਡਾ ਹੈਗਾ ਕਿ ਡੇਰਾ ਪ੍ਰੇਮੀਆਂ ਦੀ ਗ੍ਰਿਫਤਾਰੀਆਂ ਤੋਂ ਬਾਅਦ ਪਹਿਲੀ ਵਾਰ ਡੇਰਾ ਅੱਜ ਜਿਵੇਂ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਕਈ ਤਰ੍ਹਾਂ ਦੇ ਜਿਹੜੇ ਇਲਜ਼ਾਮ ਲਗਾਏ ਨੇ ਖੁੱਲ ਕੇ ਸਾਹਮਣੇ ਆਇਆ ਹੁਣ। ਸੋ ਇਹਨਾਂ ਮੁੱਦਿਆਂ ਤੇ ਹੀ ਇਹਨਾਂ ਸਵਾਲਾਂ ਦੇ ਜਵਾਬ ਜਿਹੜੇ ਹੈਗੇ ਉਹ ਅੱਜ ਤਲਾਸ਼ਣ ਦੀ ਕੋਸ਼ਿਸ਼ ਕਰਾਂਗੇ ਤੇ ਇਸੇ ਤੇ ਅਸੀਂ ਚਰਚਾ ਵੀ ਕਰ ਰਹੇ ਹਾਂ। ਤੇ ਚਰਚਾ ਦੇ ਲਈ ਚੰਡੀਗੜ੍ਹ ਸਟੂਡੀਓ ਦੇ ਵਿੱਚ ਸਾਡੇ ਕੁਝ ਮਹਿਮਾਨ ਵੀ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦਾ ਵੀ ਤਾਰਫ ਕਰਾ ਦਿੰਦੇ ਆ। ਸਾਡੇ ਨਾਲ ਜਿਹੜੇ ਮਹਿਮਾਨ ਜੁੜੇ ਨੇ ਅੱਜ ਉਹਨਾਂ ਅਕਾਲੀ ਦਲ ਤੋਂ, ਸ਼੍ਰੋਮਣੀ ਅਕਾਲੀ ਦਲ ਤੋਂ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਕਾਂਗਰਸ ਪਾਰਟੀ ਤੋਂ ਡਾਕਟਰ ਰਾਜਕੁਮਾਰ ਵੇਰਕਾ, ਆਮ ਆਦਮੀ ਪਾਰਟੀ ਤੋਂ ਅੰਮ੍ਰਿਤਪਾਲ ਸਿੰਘ ਜੁੜਨਗੇ ਸਾਡੇ ਨਾਲ ਤੇ ਜਿਹੜਾ ਡੇਰੇ ਵਿਰੋਧੀ ਹੈਗੇ ਨੇ ਭੁਪਿੰਦਰ ਗੋਰਾ ਜੀ ਉਹ ਵੀ ਸਾਡੇ ਨਾਲ ਜੁੜਨਗੇ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਸਵਾਗਤ। ਤੇ ਵੇਰਕਾ ਸਾਹਿਬ, ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਹੀ ਆਵਾਂਗਾ। ਜਿਸ ਤਰੀਕੇ ਦੇ ਨਾਲ ਅੱਜ ਡੇਰਾ ਪ੍ਰੇਮੀ ਜਿਹੜੇ ਹੈਗੇ ਨੇ ਖੁੱਲ ਕੇ ਸਾਹਮਣੇ ਆਏ ਹੈਗੇ ਨੇ ਔਰ ਖੁੱਲ ਕੇ ਉਹਨਾਂ ਨੇ ਇਹ ਗੱਲ ਕਬੂਲੀ ਕਿ 2007 ਦੇ ਵਿੱਚ ਵੀ ਡੇਰਾ ਵੱਲੋਂ ਸਮਰਥਨ ਕੀਤਾ ਗਿਆ ਔਰ 2017 ਦੇ ਵਿੱਚ ਵੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਥਨ ਦਿੱਤਾ। ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪੰਜਾਬ ਪੁਲਿਸ ਤੇ ਗੰਭੀਰ ਇਲਜ਼ਾਮ ਲਗਾਏ ਔਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪੋਲੀਟੀਕਲ ਪਾਰਟੀਆਂ ਨੂੰ ਸਪੋਰਟ ਕਰਨਾ ਹੀ ਸਾਨੂੰ ਮਹਿੰਗਾ ਪਿਆ। ਦੇਖੋ, ਸਾਡੇ ਉੱਪਰ ਜਿਹੜਾ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਹਨਾਂ ਨੇ ਇਹ ਕਿਹਾ ਕਿ ਕਿਉਂਕਿ ਅਸੀਂ ਕਾਲੀ BJP ਨੂੰ ਸਪੋਰਟ ਕੀਤਾ ਸੀ ਤੇ ਇਹ ਸਰਕਾਰ ਜਿਹੜੀ ਹੈ ਸਾਡੇ ਕੋਲੋਂ ਉਸ ਗੱਲ ਦਾ ਬਦਲਾ ਲੈ ਰਹੀ ਹੈ। ਇਹ ਗੱਲ ਭੁੱਲ ਗਏ ਕਿ ਭਾਈ ਜਦੋਂ ਬਰਗਾੜੀ ਕਾਂਡ ਹੋਇਆ, ਬਾਈਬਲ ਕਲਾ ਕਾਂਡ ਹੋਇਆ, ਬਈ ਉਸ ਵਕਤ ਅਕਾਲੀ ਦਲ ਦੀ ਸਰਕਾਰ ਸੀ ਤੇ ਜਿਹੜੇ ਪਿੰਡਾਂ ਦੇ ਵਿੱਚ ਜੋ ਇਸ਼ਤਿਹਾਰ ਲੱਗੇ ਸੀ ਜਿਹਦੇ ਵਿੱਚ ਡੇਰੇ ਦਾ ਨਾਂ ਲਿਆ ਕੇ ਇਹ ਕਿਹਾ ਗਿਆ ਸੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕਰ ਲਿਆ, ਪੜ੍ਹ ਸਕਦੇ ਹੋ ਤੇ ਪੜ੍ਹ ਲਓ, ਉਹਦੇ ਬਾਅਦ ਬੇਅਦਬੀ ਹੋ ਗਈ। ਬਈ ਬੇਅਦਬੀਆਂ ਤੋਂ ਬਾਅਦ FIR ਦਰਜ ਹੋ ਗਈਆਂ, ਉਹ ਸਾਡੇ ਟਾਈਮ ਤੇ ਨਹੀਂ ਹੋਈਆਂ। ਬਈ ਇਹ ਤੇ ਤੁਹਾਡੇ ਜਿਨ੍ਹਾਂ ਨੂੰ ਤੁਸੀਂ ਸਮਰਥਨ ਦਿੱਤਾ ਸੀ ਇਹ ਤੇ ਉਹਨਾਂ ਦੇ ਟਾਈਮ ਦੀ ਕਹਾਣੀ ਹੈ। ਉਹਦੇ ਬਾਅਦ ਇੱਕ ਸੌਦਾ ਹੋਇਆ ਅਕਾਲੀ ਦਲ ਦੇ ਨਾਲ ਕਿ ਭਾਈ ਤੁਸੀਂ ਸਾਨੂੰ ਮਾਫ ਕਰ ਦਿਓ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੁਕਮ ਜਾਰੀ ਕਰੇ ਬਾਦਲ ਪਰਿਵਾਰ ਕਿ ਭਈ ਇਹ ਡੇਰਾ ਮੁਖੀ ਨੂੰ ਮਾਫ ਕਰਨਾ ਹੈ ਤੇ ਉਹਨੂੰ ਪਰਚੀ ਫੜਾਈ ਜਾਂਦੀ ਹੈ ਕਿ ਡੇਰਾ ਮੁਖੀ ਨੂੰ ਮਾਫੀ ਦਾ ਆਰਡਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਪੜਿਆ। ਪੜਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ 1 ਕਰੋੜ ਰੁਪਇਆ ਗੁਰੂ ਦੀ ਗੋਲਕ ਚੋਂ ਕੱਢ ਕੇ ਇਹ ਇਸ਼ਤਿਹਾਰ ਦਿੱਤੇ ਅਖਬਾਰਾਂ ਦੇ ਵਿੱਚ, ਟੈਲੀਵਿਜ਼ਨਾਂ ਦੇ ਵਿੱਚ ਕਿ ਇਹ ਜਿਹੜਾ ਮਾਫੀ ਦਿੱਤੀ ਗਈ ਹੈ
ਇਹ ਬਿਲਕੁਲ ਵਾਜਬ ਆ, ਇਹਦੇ 'ਚ ਅਸੀਂ ਕਿਤੇ ਨਹੀਂ ਭਾਈ। ਔਰ ਦੂਸਰੀ ਮੈਂ ਤੁਹਾਨੂੰ ਇਹ ਗੱਲ ਕਹਾਂ, ਜਿੱਥੋਂ ਤੱਕ ਸਵਾਲ ਇਸ ਗੱਲ ਦਾ ਕਿ ਇਹ ਹੁਣ ਕਹਿੰਦੇ ਆ ਕਿ ਸੀਬੀਆਈ ਇਨਕੁਆਇਰੀ ਕਰ ਰਹੀ ਹੈ, ਉਹਨਾਂ ਨੂੰ ਕਰਨ ਦੇਣਾ ਚਾਹੀਦਾ। ਭਾਈ ਇਹ ਤੇ ਤੁਹਾਡਾ ਜਿਹੜਾ ਗੱਠਜੋੜ ਹੈ ਨਾ ਅਕਾਲੀ ਦਲ ਦਾ ਤੇ ਡੇਰੇ ਦਾ, ਇਹ ਦੋਨਾਂ ਦੀ ਇਹੀ ਮੰਗ ਆ। ਬੀਜੇਪੀ ਵੀ ਇਹੀ ਚਾਹੁੰਦੀ ਹੈ ਕਿ ਇਹ ਜਿਹੜਾ ਸੀਬੀਆਈ ਨੂੰ ਦਿੱਤਾ ਜਾਏ। ਬਈ ਸੀਬੀਆਈ ਨੇ 3 ਸਾਲਾਂ 'ਚ ਤੇ ਕੋਈ ਕੰਮ ਨਹੀਂ ਕੀਤਾ, ਔਰ ਕਲੀਨ ਚਿੱਟ ਜਿੰਨੇ ਦਿੱਤੀ ਹੋਵੇ ਤੇ ਉਹਦਾ ਕੀ ਅਧਿਕਾਰ ਰਹਿ ਜਾਂਦਾ? ਕੀ ਉਮੀਦ ਕੀਤੀ ਜਾਂਦੀ ਹੈ? ਜਿਹਨੇ ਕਲੀਨ ਚਿੱਟ ਦਿੱਤੀ ਸੀਬੀਆਈ ਨੇ, ਉਹ ਕਿਹੜੀ ਜਾਂਚ ਕਰਨਗੇ ਤੇ ਤੁਸੀਂ ਕਿਹੜੀ ਜਾਂਚ ਕਰਵਾਉਣਾ ਚਾਹੁੰਦੇ ਹੋ? ਦੂਸਰੀ ਮੈਂ ਇੱਕ ਗੱਲ ਇੱਥੇ ਇੰਪੋਰਟੈਂਟ ਹੋਰ ਸ਼ੇਅਰ ਕਰਨਾ ਚਾਹੁੰਦਾ, ਬਈ ਸੀਬੀਆਈ ਦੇ ਕੋਲ ਨਾ ਇਖਲਾਕੀ, ਨਾ ਕਾਨੂੰਨੀ ਤੇ ਨਾ ਹੀ ਕੋਈ ਕਿਸੇ ਕਿਸਮ ਦਾ ਰਾਈਟ ਹੈ ਇਹਦੀ ਤਬਦੀਸ਼ ਕਰਨ ਦਾ, ਕਿਉਂਕਿ ਹਾਈ ਕੋਰਟ ਨੇ ਇਹਦਾ ਆਰਡਰ ਕੀਤਾ ਸੀਬੀਆਈ ਦੇ ਖਿਲਾਫ ਕਿ ਜਿਹੜੀ ਪੰਜਾਬ ਸਰਕਾਰ ਨੇ ਸੀਬੀਆਈ ਕੋਲੋਂ ਇਨਕੁਆਇਰੀ ਵਾਪਸ ਲਈ ਹੈ ਉਹ ਬਿਲਕੁਲ ਠੀਕ ਹੈ। ਉਹ ਅੱਜ ਵੀ ਆਰਡਰ ਸਟੈਂਡ ਕਰਦਾ ਹੈ। ਤੁਸੀਂ ਗਏ ਸੁਪਰੀਮ ਕੋਰਟ ਦੇ ਵਿੱਚ, ਸੁਪਰੀਮ ਕੋਰਟ ਨੇ ਤੁਹਾਨੂੰ ਕੋਈ ਰਿਲੀਫ ਦਿੱਤੀ ਕੋਈ ਨਹੀਂ, ਔਰ ਉਹ ਅਜੇ ਤੱਕ ਤੁਹਾਡੀ ਪਟੀਸ਼ਨ ਵੀ ਉੱਥੇ ਸਬਮਿਟ ਨਹੀਂ ਹੋਈ ਤੇ ਤੁਸੀਂ ਭਾਈ ਇਹ ਕੇਸ ਨੂੰ ਰੋਕਣ ਕਿੱਦਾਂ ਆ ਗਏ? ਪਰ ਵੇਰਕਾ ਸਾਹਿਬ ਸੀਬੀਆਈ ਵਰਸਸ ਐਸਆਈਟੀ ਚੰਦਾ ਜੀ, ਇਹ ਬਿੱਲੀ ਥੇਲੇ ਜੋ ਬਾਹਰ ਆ ਗਈ, ਇਹ ਇਹਨਾਂ ਦੇ ਚਿਹਰੇ ਬੇਨਕਾਬ ਹੋ ਰਹੇ ਹੈ। ਇਹ ਪਤਾ ਲੱਗ ਰਿਹਾ ਹੈ ਕੌਣ ਕਿਹਨੂੰ ਬਚਾ ਰਿਹਾ ਹੈ ਤੇ ਸੀਬੀਆਈ ਦਾ ਕੀ ਦੁਰਪਯੋਗ ਹੋ ਰਿਹਾ। ਠੀਕ ਹੈ। ਔਰ ਵੇਰਕਾ ਸਾਹਿਬ ਦੂਸਰੀ ਗੱਲ ਇਹ ਕਿ ਸੀਬੀਆਈ ਵਰਸਸ ਐਸਆਈਟੀ ਜੋ ਚੱਲਦਾ ਪਿਆ ਹੈਗਾ, ਨੋ ਡਾਊਟ ਇਹ ਮਾਮਲੇ ਤੇ ਵੀ ਡਿਬੇਟ ਵੀ ਹੋ ਚੁੱਕੀ ਹੈ, ਪਰ ਅੱਜ ਡੇਰਾ ਪ੍ਰੇਮੀਆਂ ਵੱਲੋਂ ਵੀ ਇਹੀ ਗੱਲ ਦੁਹਰਾਈ ਗਈ। ਉਹਨਾਂ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਐਸਆਈਟੀ ਜਿਹੜੀ ਹੈਗੀ ਆ ਉਹ ਡੇਰਾ ਪ੍ਰੇਮੀਆਂ ਤੇ ਸਮਰਥਕਾਂ ਨੂੰ ਜਾਣਬੁੱਝ ਕੇ ਫਸਾ ਰਹੀ ਹੈ। ਮੈਂ ਤੁਹਾਨੂੰ ਇਹ ਗੱਲ ਕਹੀ ਹੈ ਜੀ, ਸਾਡਾ ਕੋਈ ਕੰਮ ਨਹੀਂ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਜਿਹੜੇ ਬੇਅਦਬੀ ਹੋਈ ਹੈ ਉਹਦੇ ਵਾਸਤੇ ਅਸੀਂ ਕਮਿਟਡ ਆ, ਔਰ ਸਾਡੀ ਸਰਕਾਰ ਕਮਿਟਡ ਆ। ਅਸੀਂ ਕਿਸੇ ਨੂੰ ਨਜਾਇਜ਼ ਫਸਾ ਨਹੀਂ ਰਹੇ। ਇਹਦਾ ਮਤਲਬ ਇਹ ਹੈ ਕਿ ਉਹ ਸੀਬੀਆਈ ਦੀ ਗੱਲ ਇਸ ਲਈ ਕਰ ਰਹੇ ਹੈ ਕਿ ਸੀਬੀਆਈ ਨੇ ਕਿਹਾ ਕਿ ਭਾਈ ਇਹ ਕਲੋਜ਼ਿੰਗ ਰਿਪੋਰਟ ਹੋ ਗਈ, ਕੋਈ ਵੀ ਦੋਸ਼ੀ ਨਹੀਂ, ਤੇ ਫਿਰ ਭਾਈ ਗੁਰੂ ਗ੍ਰੰਥ ਸਾਹਿਬ ਦਾ ਕੌਣ ਦੋਸ਼ੀ ਹੈ? ਤੇ ਇਹ ਗੱਲ ਤੇ ਸੁਖਬੀਰ ਸਿੰਘ ਬਾਦਲ ਵੀ ਕਹਿ ਰਿਹਾ, ਇਹ ਗੱਲ ਤੇ ਇਹ ਕਹਿ ਰਹੇ ਆ ਬੀਜੇਪੀ ਵਾਲੇ ਵੀ ਕਿ ਸੀਬੀਆਈ ਜੋ ਕਰਦੀ ਉਹਨੂੰ ਕਰਨ ਦਿਓ। ਰਾਈਟ, ਠੀਕ ਹੈ, ਠੀਕ ਹੈ। ਬਡਾਲਾ ਸਾਹਿਬ ਜਿਸ ਤਰੀਕੇ ਦੇ ਨਾਲ ਅੱਜ ਇਹ ਇਲਜ਼ਾਮ ਲਗਾਏ ਗਏ ਨੇ, ਜਿਹੜੇ ਇਹ ਡੇਰਾ ਪ੍ਰੇਮੀਆਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ, ਔਰ ਖਾਸ ਤੌਰ ਤੇ ਉਹਨਾਂ ਕਿਹਾ ਕਿ 2017 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸਪੋਰਟ ਕੀਤਾ, ਜਿਸ ਕਰਕੇ ਸਾਨੂੰ ਇਹ ਖਮਿਆਜ਼ਾ ਭੁਗਤਣਾ ਪਿਆ। ਇਦਾਂ ਜੀ ਬਈ ਆਪਾਂ ਨਾ ਪਹਿਲਾਂ ਪਿਛੋਕੜ ਚ ਬਹੁਤ ਲੰਬੀ ਸਟੋਰੀ ਆ, ਟਾਈਮ ਆਪਣੇ ਕੋਲ ਘੱਟ ਆ। ਮੈਂ ਤੇ ਇਹ ਕਹੂੰਗਾ ਕਿ ਪਿਛੋਕੜ ਦੇ ਵਿੱਚ ਬੜਾ ਦਰਦਨਾਕ, ਬਹੁਤ ਦੁਖਦਾਈ ਘਟਨਾਵਾਂ ਵਾਪਰੀਆਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸੰਬੰਧ ਵਿੱਚ ਬਰਗਾੜੀ ਬੁਰਜਵਾਰ ਸਿੰਘ, ਫਿਰ ਉਸ ਤੋਂ ਬਾਅਦ ਬਹਿਬਲ ਕਲਾਂ ਗੋਲੀ ਚੱਲੀ ਆ, ਉਹ ਵੀ ਬੜਾ ਦੁਖਦਾਈ ਆ। ਉਹਨਾਂ ਨੌਜਵਾਨਾਂ ਦੀਆਂ ਜਾਨਾਂ ਜਾਣੀਆਂ ਤੇ ਆਪਾਂ ਬਾਰ-ਬਾਰ ਸਾਰੀਆਂ ਪਾਰਟੀਆਂ ਉਸ ਗੱਲ ਨੂੰ ਫੇਰ ਦੁਬਾਰਾ ਦੁਹਰਾਉਂਦੀਆਂ ਨੇ। ਜੋ ਮੇਰੇ ਮਾਨਯੋਗ ਸਾਥੀ ਵੇਰਕਾ ਸਾਹਿਬ ਨੇ ਸਾਰੀ ਆਪਣੀ ਜਿਹੜੀ ਗੱਲ ਕਹੀ ਆ, ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਤਾਂ ਹੈਗੀ ਸਪੋਰਟ ਦੀ ਗੱਲ, ਡੇਰਾ ਵੱਲੋਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਪਾਰਟੀਆਂ ਦੀ ਸਪੋਰਟ ਕੀਤੀ ਜਾਂਦੀ ਰਹੀ ਹੈ। ਜਿਹੜੀ ਸਪੋਰਟ ਆ ਪੋਲਿਟਿਕਸ ਆ, ਉਹਨੂੰ ਪਾਸੇ ਰੱਖਣਾ ਚਾਹੀਦਾ ਇਸ ਇਸ਼ੂ ਤੋਂ। ਇਹਦੇ ਨਾਲ ਕੋਈ ਤਲਕ ਨਹੀਂ ਸਿਆਸੀ ਹਾਲਾਤਾਂ ਦਾ, ਸਪੋਰਟ ਦਾ, ਵੋਟਾਂ ਦਾ। ਇਹ ਟੋਟਲ ਤੇ ਟੋਟਲ ਧਾਰਮਿਕ ਇਸ਼ੂ ਆ। ਸਿੱਖ ਪੰਥ ਦੇ ਨਾਲ ਜੁੜਦਾ, ਸਿੱਖ ਜਜ਼ਬਿਆਂ ਨੂੰ ਵਲੂੰਦੜਦਾ ਇਹ ਇਸ਼ੂ ਆ। ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਤਿਕਾਰ ਹੈ ਉਹਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਉਹ ਡੇਰਾ ਪ੍ਰੇਮੀ ਤਾਂ ਇਹ ਕਹਿ ਰਹੇ ਨੇ, ਉਹ ਤਾਂ ਜੋੜਦੇ ਪਏ ਨੇ, ਉਹ ਤਾਂ ਕਹਿ ਰਹੇ ਕਿ ਅਸੀਂ ਸਪੋਰਟ ਕੀਤੀ ਤਾਂ ਸਾਨੂੰ ਖਮਿਆਜ਼ਾ ਭੁਗਤਣਾ ਪਿਆ। ਉਹ ਤਾਂ ਜੋੜ ਕੇ ਵੇਖ ਰਹੇ। ਮੈਂ ਉਹਨਾਂ ਦੀ ਗੱਲ 'ਚ ਨਹੀਂ ਜਾਊਂਗਾ, ਲੇਕਿਨ ਇਹ ਕਹੂੰਗਾ ਕਿ ਜਿਹੜੇ ਡੇਰਾ ਪ੍ਰੇਮੀ ਆਖਦੇ ਨੇ ਉਹ ਆਪਣਾ ਪਹਿਲਾਂ ਵਿਚਾਰਨ ਵੀ ਕਿਹੜੇ ਸਮੇਂ ਤੇ ਉਹਨਾਂ ਨੇ ਕਿਹੜੀਆਂ ਪਾਰਟੀਆਂ ਨੂੰ ਸਪੋਰਟ ਕੀਤੀ ਆ। ਇਹਦੇ 'ਚ ਕੋਈ ਇਲੈਕਸ਼ਨ ਦਾ ਆਪਣੇ ਸੰਬੰਧ ਨੇ, ਕੋਈ ਇਹਦੇ ਸਪੋਰਟ ਦੀ ਗੱਲ ਨਹੀਂ। ਸਿਰਫ ਅਗਰ ਉਂਗਲ ਉੱਠਦੀ ਆ ਸਾਰੇ ਆਪਣੇ ਸਿੱਖ ਪੰਥ ਵੱਲੋਂ, ਪੰਜਾਬੀਆਂ ਵੱਲੋਂ, ਗੁਰੂ ਕੀ ਸੰਗਤ ਵੱਲੋਂ, ਉਹ ਡੇਰਾ ਪ੍ਰੇਮੀਆਂ ਤੇ ਉੱਠਦੀ ਆ ਉਂਗਲ। ਤੇ ਜੇ ਉੱਠਦੀ ਆ ਤੇ ਅਸੀਂ ਕਹਾਂਗੇ ਸਰਕਾਰ ਨੂੰ ਕਿ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕੈਪਟਨ ਅਮਰਿੰਦਰ ਸਿੰਘ ਜੀ ਦੀ ਕਿ ਇਹ ਗੱਲ ਸਾਬਤ ਕਰਨ ਕੋਰਟ ਵਿੱਚ
ਇਹ ਗੱਲ ਪ੍ਰੂਵ ਹੋਣੀ ਚਾਹੀਦੀ ਆ ਵੀ ਇਹ ਡੇਰਾ ਪ੍ਰੇਮੀਆਂ ਦਾ ਹੀ ਜਿਹੜਾ ਉਹਨਾਂ ਦੀ ਸਾਜ਼ਿਸ਼ ਆ, ਉਹਨਾਂ ਦਾ ਇਹਦੇ ਵਿੱਚ ਰੋਲ ਆ। ਤੇ ਜੇ ਕੱਲ ਨੂੰ ਕੋਰਟ ਨੇ ਕੋਈ ਏਦਾਂ ਦਾ ਫੈਸਲਾ ਲੈ ਲਿਆ ਜਿਸ ਗੱਲ ਨਾਲ ਘਟਾ ਆਊਗਾ ਸਿੱਖਾਂ ਦਾ, ਫਿਰ ਇਹਦਾ ਕਸੂਰ ਹੈਗਾ ਆ ਆਪਣੇ ਕਾਂਗਰਸ ਸਰਕਾਰ ਦਾ। ਸੋ ਅਗਰ ਡੇਰਾ ਪ੍ਰੇਮੀਆਂ ਨੂੰ ਇਹਨਾਂ ਨੇ ਉਹਦੇ ਵਿੱਚ FIR 'ਚ ਪਾਇਆ, ਹਾਲਾਤ ਏਦਾਂ ਦੇ ਸੀ, ਉਹਨਾਂ ਨੇ ਕਿਹਾ ਕਿ ਸਾਨੂੰ ਆਰਡਰ ਹੋਏ ਡੇਰੇ ਤੋਂ ਜਾਂ ਅਸੀਂ ਇੱਥੋਂ ਗੁਰੂ ਗ੍ਰੰਥ ਸਾਹਿਬ ਦੀ ਵੀਰ ਦਾ ਅਪਮਾਨ ਕੀਤਾ, ਏਦਾਂ ਉੱਥੇ ਲੈ ਕੇ ਗਏ, ਤੇ ਫਿਰ ਸਰਕਾਰ ਨੂੰ ਇਹ ਜਿਹੜੇ ਸਹੀ ਦੋਸ਼ੀ ਨੇ ਉਹਨਾਂ ਨੂੰ ਉਹਨਾਂ ਨੂੰ ਨੰਗੇ ਕਰਨਾ ਚਾਹੀਦਾ, ਉਹਨਾਂ ਨੂੰ ਜਨਤਾ ਦੇ ਸਾਹਮਣੇ ਲੈ ਕੇ ਆਉਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਮੌਕਾ ਨਾ ਮਿਲੇ ਇਸ ਨੂੰ ਸਿਆਸਤ ਦੇ ਨਾਲ ਜੋੜਨ ਦਾ। ਪੋਲਿਟਿਕਸ ਤੇ ਨਾ ਕਾਂਗਰਸ ਨੂੰ ਕਰਨੀ ਚਾਹੀਦੀ ਹੈ, ਨਾ ਕਿਸੇ ਹੋਰ ਧਿਰ ਨੂੰ ਕਰਨੀ ਚਾਹੀਦੀ ਹੈ। ਡੇਰੇ ਧਾਰਮਿਕ ਇਸ਼ੂ ਆ। ਠੀਕ ਹੈ, ਡੇਰਾ ਸਿਰਸਾ ਦੇ ਵਕੀਲ ਕੇਵਲ ਬਰਾੜ ਵੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਬਰਾੜ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ। ਬਰਾੜ ਸਾਹਿਬ, ਤੁਹਾਨੂੰ ਐਂ ਕਿਉਂ ਲੱਗਦਾ ਹੈ ਕਿ ਤੁਸੀਂ ਡੇਰੇ ਨੇ ਜਿਹੜੀ ਇਹ ਸਪੋਰਟ ਕੀਤੀ ਹੈਗੀ ਹੈ, ਜਾਂ ਡੇਰਾ ਪ੍ਰੇਮੀਆਂ ਨੂੰ ਇਹ ਕਿਉਂ ਲੱਗਦਾ ਹੈਗਾ ਕਿ ਡੇਰੇ ਨੇ ਜਿਹੜੀ ਕਾਂਗਰਸ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਸਪੋਰਟ ਕੀਤੀ, ਉਸ ਦਾ ਖਮਿਆਜ਼ਾ ਇਹਨਾਂ ਨੂੰ ਭੁਗਤਣਾ ਪੈ ਰਿਹਾ? ਨਹੀਂ ਸਰ, ਦੇਖੋ ਇਸ ਬਾਰੇ ਮੈਂ ਨਹੀਂ ਕਹਿ ਸਕਦਾ, ਮੈਂ ਤਾਂ ਐਡਵੋਕੇਟ ਹਾਂ। ਡੀਟੇਲ ਗੱਲ ਮੇਰੇ ਨਾਲ ਕਰਨੀ ਤਾਂ ਮੈਂ ਕਰ ਸਕਦਾ, ਦੇਖੋ ਉਹ ਤਾਂ ਮੈਨੇਜਮੈਂਟ ਦਾ ਪਾਰਟ ਹੈ ਹਨਾ। ਮੈਂ ਤਾਂ ਸਿਰਫ ਪ੍ਰੈਕਟਿਸ ਦੇ ਜਿਹੜੇ ਹੈ ਫੈਕਟ ਦੱਸ ਸਕਦਾ ਸਰ, ਪਲੀਜ਼। ਤੇ ਫਿਰ ਇਹ ਬਾਰ-ਬਾਰ ਇਹ ਵੀ ਕਿਉਂ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਵੇਂ ਹੁਣ ਡੇਰਾ ਪ੍ਰੇਮੀਆਂ ਨੇ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਇਹ ਕਿਹਾ ਕਿ CBI ਨੇ ਜਿਹੜੇ ਡੇਰਾ ਸਮਰਥਕਾਂ ਨੂੰ ਕਲੀਨ ਚਿੱਟ ਦਿੱਤੀ ਸੀ, ਉਹਨਾਂ ਨੂੰ ਜਿਹੜੀ ਹੈ ਸਿੱਟ ਜਿਹੜੀ ਹੈਗੀ SIT ਉਹ ਅਸਲੀ ਦੋਸ਼ੀਆਂ ਨੂੰ ਫੜ ਨਹੀਂ ਪਾ ਰਹੀ? ਹਾਂਜੀ ਸਰ, ਬਿਲਕੁਲ ਸਰ। ਇਹ ਤਾਂ ਜਿਹੜਾ ਹੈਗਾ ਇਹੀ ਜਿਹੜਾ ਹੈ ਪੱਖ, ਦੇਖੋ ਮੀਡੀਆ ਦੇ ਵਿੱਚ ਜਿਹੜਾ ਹੈ ਇਹ ਬਿਆਨ ਆ ਰਹੇ ਆ ਵੀ ਡੇਰਾ ਜਿਹੜੇ ਹੈ ਪ੍ਰੇਮੀ ਉਹ ਬੇਅਦਬੀ ਦੇ ਦੋਸ਼ੀ ਹੈ ਹਨਾ। ਉਹ ਅਸੀਂ ਸਿਰਫ ਜਿਹੜਾ ਹੈ ਕੇਸ ਦੇ ਫੈਕਟ ਜਿਹੜੇ ਹੈ ਉਹ ਸਾਹਮਣੇ ਰੱਖੇ ਆ ਸਰ, ਲੋਕਾਂ ਦੇ ਸਾਹਮਣੇ, ਮੀਡੀਆ ਦੇ ਸਾਹਮਣੇ। ਵੀ ਸਟੋਰੀਜ਼ ਅਦਰਵਾਈਜ਼ ਹਨਾ, ਕਿਸੇ ਨੇ ਕੋਈ ਮੀਡੀਆ ਨੇ ਖਬਰ ਦਿਖਾਤੀ ਜਾਂ ਕਿਸੇ ਸੈੱਟ ਨੇ ਨਾ ਪਾਤਾ, ਉਹ ਮੁਲਜ਼ਮ ਨਹੀਂ ਨਾ ਜੀ ਬਣ ਗਈ ਹਨਾ। ਦੇਖੋ ਦੂਸਰੀ ਗੱਲ, ਦੇਖੋ ਦੋ ਕੋਰਟ ਦੇ ਵਿੱਚ ਤਾਂ ਜਾਂ ਜਿਹੜੀਆਂ ਹੈ ਦੋ ਬਰਾਬਰ ਇਨਵੈਸਟੀਗੇਸ਼ਨ ਤਾਂ ਨਹੀਂ ਨਾ ਬਰਾਬਰ ਚੱਲ ਸਕਦੀਆਂ ਸਰ। ਜਦੋਂ CBI ਮੈਟਰ ਜਿਹੜਾ ਹੈਗਾ, ਦੇਖੋ ਪਹਿਲਾਂ ਸੈੱਟ ਕੋਲੇ ਸੀ, ਉਹਨਾਂ ਨੇ ਬਿੱਟੂ ਨੂੰ ਜਿਹੜਾ ਹੈ ਕਲੋਜ਼ਰ ਉਹ ਲਈ ਕਨਫੈਸ਼ਨ ਲਈ ਜਾਂ ਜਿਹੜਾ ਸੀਗਾ ਉਹਦਾ ਬਿਆਨ ਇਕਬਾਲੀਆ ਬਿਆਨ ਲਿਆ, ਉਹ CBI ਨੂੰ ਹੈਂਡਓਵਰ ਕਰਤਾ। ਉਹ ਸਾਰੇ ਪੁਆਇੰਟ ਤੇ CBI ਨੇ ਇਨਵੈਸਟੀਗੇਸ਼ਨ ਕੀਤੀ ਹੈ, ਫਿੰਗਰਪ੍ਰਿੰਟ ਲਏ, ਲਾਈ ਡਿਟੈਕਟਿਵ ਜਿਹੜੇ ਟੈਸਟ ਹੋਏ, ਜਿਹੜੇ ਸੀਗੇ ਸਾਰੇ ਟੈਸਟ ਹੋਏ ਸਰ। ਉਹ ਟੈਸਟ ਹੋਣ ਤੋਂ ਬਾਅਦ 1200 ਪੇਜ ਦੀ ਜਿਹੜੀ ਹੈ ਅੱਜ ਕਲੋਜ਼ਰ ਰਿਪੋਰਟ ਜਿਹੜੀ CBI ਦੇ ਵਿੱਚ ਰਿਪੋਰਟ ਦੇ ਵਿੱਚ ਮੁਹਾਲੀ ਪੈਂਡਿੰਗ ਹੈ। ਉਸ ਤੋਂ ਬਾਅਦ ਜਿਹੜੇ ਕੁਝ ਫੈਕਟ ਜਿਹੜੇ ਹੈ ਪੰਜਾਬ ਪੁਲਿਸ ਨੇ CBI ਨੂੰ ਫਿਰ ਦਿੱਤੇ ਆ, ਫਰਦਰ ਇਨਵੈਸਟੀਗੇਸ਼ਨ ਉਹਦੇ 'ਚ ਹੋਈ ਹੈ, ਸਟੇਟ ਰਿਪੋਰਟ ਵੀ ਆਈ ਹੈ। ਜਦੋਂ ਹੁਣ ਉੱਥੇ ਡੇਰਾ ਪ੍ਰੇਮੀ ਪਹਿਲਾਂ ਹੀ ਬੇਲ ਆਊਟ ਹੈ, ਉੱਥੇ ਡੇਟ ਤਰੀਕ ਭੁਗਤ ਰਹੇ ਆ, ਤਾਂ ਇੱਕ ਨਵਾਂ ਚਲਾਨ, ਨਵੀਂ ਇਨਵੈਸਟੀਗੇਸ਼ਨ ਜਿਹੜੀ ਹੈ ਕਾਲੀ 'ਚ ਇਹ ਸਮਝ ਨਹੀਂ ਆ ਰਹੀ ਵੀ ਕੀ ਜਿਹੜੀ ਹੈ ਪੰਜਾਬ ਗਵਰਨਮੈਂਟ ਲਾ ਲਓ ਜਾਂ ਪੁਲਿਸ ਨੂੰ ਕੀ ਕਾਲੀ ਸੀ। ਠੀਕ ਹੈ ਬਰਾੜ ਵੀ ਕਿਸੇ ਬਰਾੜ ਸਾਹਿਬ ਸਾਡੇ ਨਾਲ ਭੁਪਿੰਦਰ ਗੋਰਾ ਜੀ ਵੀ ਜੁੜੇ ਹੋਏ ਨੇ ਜਿਹੜੇ ਡੇਰੇ ਦੇ ਵਿਰੋਧੀ ਹੈਗੇ ਨੇ। ਗੋਰਾ ਜੀ, ਜਿਵੇਂ ਤੁਸੀਂ ਕਿਹਾ ਕਿ ਜਿਹੜੇ ਪਾਰਟੀਆਂ ਜਾਂ ਜਿਹੜੀਆਂ CBI ਨੂੰ ਸਪੋਰਟ ਕਰ ਰਹੀਆਂ ਨੇ, ਤੁਸੀਂ ਉਹਨਾਂ ਦਾ ਡਟ ਕੇ ਵਿਰੋਧ ਕਰੋਗੇ, ਸਿੱਖ ਕੌਮ ਉਹਨਾਂ ਦਾ ਵਿਰੋਧ ਕਰੇਗੀ, ਪਰ ਜਿਵੇਂ ਡੇਰਾ ਪ੍ਰੇਮੀਆਂ ਵੱਲੋਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ 'ਚ ਇਹ ਕਿਹਾ ਗਿਆ ਕਿ CBI ਨੇ ਡੇਰਾ ਸਮਰਥਕਾਂ ਨੂੰ ਕਲੀਨ ਚਿੱਟ ਦਿੱਤੀ ਸੀ, ਪਰ SIT ਜਿਹੜੀ ਹੈਗੀ ਹੈ ਅਸਲੀ ਦੋਸ਼ੀਆਂ ਨੂੰ ਫੜ ਨਹੀਂ ਪਾ ਰਹੀ, ਇਸ ਲਈ ਇੱਕ ਤੋਂ ਬਾਅਦ ਇੱਕ ਡੇਰਾ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ। ਦੇਖੋ ਜੀ, ਜਿਹੜੀ ਅੱਜ ਉਹ ਗੱਲ ਕਹਿ ਰਹੇ ਆ ਵੀ ਸਾਨੂੰ ਅਸੀਂ ਸਿਆਸਤਦਾਨਾਂ ਕਰਕੇ ਇਹ ਜਿਹੜਾ ਸਾਰਾ ਖਮਿਆਜਾ ਭੁਗਤ ਰਹੇ ਆ, ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਸਿਆਸਤਦਾਨਾਂ ਨੂੰ ਤਾਂ ਤੁਸੀਂ ਸਾਥਦੇ ਹੁੰਦੇ ਸੀ, ਤੁਸੀਂ ਕਹਿੰਦੇ ਹੁੰਦੇ ਸੀ ਵੀ ਸਾਡੇ ਕੋਲੇ ਇਹ ਹਲਕੇ ਦੇ ਵਿੱਚ 30,000 ਵੋਟ ਹੈ, ਜੇ ਤੁਸੀਂ ਇੱਥੇ ਆ ਕੇ ਨੱਕ ਰਗੜੋਗੇ ਤਾਂ ਤੁਹਾਡੀ ਅਸੀਂ ਮਦਦ ਕਰਾਂਗੇ। ਤੇ ਰਾਮ ਰਹੀਮ ਕਹਿ ਕੇ ਸਾਦਾ ਹੁੰਦਾ ਸੀ ਲੀਡਰਾਂ ਨੂੰ, ਉੱਥੇ ਸੱਦ ਕੇ ਫਿਰ ਅੱਧਾ ਘੰਟਾ ਇਹਨੂੰ ਬਹਾ ਕੇ ਬੇਇੱਜ਼ਤ ਕਰਿਆ ਜਾਂਦਾ ਹੁੰਦਾ ਸੀ, ਤੇ ਲੋਕਾਂ ਨੂੰ ਦਿਖਾਉਣ ਖਾਤਰ ਵੀ ਦੇਖੋ ਜੀ ਸਾਡੇ ਕੋਲੇ ਆ ਫਲਾਨਾ ਲੀਡਰ ਬੈਠਾ, ਸਾਡੇ ਕੋਲੇ ਫਲਾਨਾ ਲੀਡਰ ਬੈਠਾ, ਸਾਰੇ ਚੌਂਕੀ ਭਰਦੇ ਆ ਸਾਡੇ ਰਾਮ ਰਹੀਮ ਦੀ। ਤੇ ਅੱਜ ਕਹਿੰਦੇ ਅਸੀਂ ਸਬਰ ਕਰਦੇ ਆ। ਤੁਸੀਂ ਤਾਂ ਸਾਦੇ ਹੁੰਦੇ ਸੀ, ਜਿਹੜੇ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹੋ ਜਾਂ ਰਾਜਨੀਤਿਕ ਵਿੰਗ ਹੈ, ਇਹ ਸਾਰੇ ਉੱਥੋਂ ਸਾਦੇ ਹੁੰਦੇ ਸੀ ਸਿਆਸਤਦਾਨਾਂ ਨੂੰ। ਅੱਜ ਉਹ ਕਹਿੰਦੇ ਅਸੀਂ ਖਮਾਜਾ ਭੁਗਤ ਰਹੇ ਆ। ਜਿਹੜੀ ਨੰਬਰ 2 ਗੱਲ ਜਿਹੜੀ ਕਹਿ ਰਹੇ CBI ਦੀ, ਦੇਖੋ CBI ਕੋਲੇ 2 ਸਾਲ ਇਹ ਕੇਸ ਪਿਆ ਰਿਹਾ, ਤੇ ਮਾਨਯੋਗ ਹਾਈ ਕੋਰਟ ਦੇ ਵਿੱਚ ਮੈਂ ਪਟੀਸ਼ਨ ਤਿਆਰ ਕੀਤੀ ਸੀ ਵੀ ਇਹ ਕੇਸ ਬਹੁਤ ਲੰਮਾ ਪੈ ਚੁੱਕਿਆ ਹੈ, CBI ਤੇ ਕੁਝ ਨਹੀਂ ਕਰ ਰਹੀ, ਤੇ ਇਹ ਪੰਜਾਬ ਨੂੰ ਦਿੱਤਾ ਜਾਵੇ ਕਿਉਂਕਿ ਪੰਜਾਬ ਦਾ ਹੀ ਕੇਸ ਹੈ, ਪੰਜਾਬ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਤੇ ਪੰਜਾਬ ਦੀ ਸਿੱਟ ਕਰੂਗੀ ਇਹਨੂੰ, ਪੰਜਾਬ ਨੂੰ ਸਿੱਟ ਨੂੰ ਦਿੱਤਾ ਜਾਵੇ ਕਿਉਂਕਿ CBI ਨੇ ਕੁਝ ਕੀਤਾ ਨਹੀਂ। CBI ਨੇ ਜਦੋਂ ਉੱਥੇ ਜਾਂਦਾ ਸ਼ੱਕ, ਜਦੋਂ CBI ਨੇ 1 ਮਹੀਨਾ ਰਹਿ ਗਿਆ ਸੀ ਇਲੈਕਸ਼ਨਾਂ ਦੇ ਵਿੱਚ, ਹਰਿਆਣੇ ਦੇ ਵਿੱਚ ਜਦੋਂ BJP ਦੀ ਇਲੈਕਸ਼ਨ ਸੀ, 1 ਮਹੀਨਾ ਪਹਿਲਾਂ ਉਹਨਾਂ ਨੇ
ਕਲੀਨ ਚਿੱਟ ਦਿੱਤੀ ਹੈ ਡੇਰਾ ਮੁਖੀ ਨੂੰ ਤੇ ਡੇਰਾ ਪ੍ਰੇਮੀਆਂ ਨੂੰ, ਤੇ ਫਿਰ ਅਸੀਂ ਸੀਬੀਆਈ ਤੇ ਕਿਵੇਂ ਵਿਸ਼ਵਾਸ ਕਰ ਲਈਏ ਜਿਹੜੀ 1 ਮਹੀਨਾ ਨੂੰ ਪਹਿਲਾਂ ਕਲੀਨ ਚਿੱਟ ਦੇ ਰਹੀ ਹੈ। ਤੇ ਜੇ ਹੁਣ ਅੱਜ ਉਹਨਾਂ ਚਿਰ ਤਾਂ ਬੋਲੀ ਨਹੀਂ ਸੀਬੀਆਈ ਜਿੰਨਾ ਚਿਰ ਉਹਦੀ ਚੱਲ ਰਹੀ ਸੀ ਇਨਵੈਸਟੀਗੇਸ਼ਨ। ਜਿੱਦਾਂ ਰਣਵੀਰ ਖੱਟੜਾ ਦੀ ਜਿਹੜੀ ਹੈਗੀ ਐਸਆਈਟੀ ਨੇ ਇਹਨੂੰ ਦੋਸ਼ੀ ਪਾਤਾ ਰਾਮ ਰਹੀਮ ਤੇ ਇਹਨਾਂ ਦੇ ਜਿਹੜੇ ਸਮਰਥਕ ਸੀਗੇ ਜਿਹੜੇ ਚੇਲੇ ਚਪਾਟਿਆਂ ਤੇ ਇਹ ਐਫਆਈਆਰ ਦਰਜ ਕਰਤੀ ਰਾਮ ਰਹੀਮ ਤੇ ਸਾਰਿਆਂ ਤੇ ਉਹਦੇ ਇਹਨਾਂ ਦੇ ਢਿੱਡ ਪੀੜ ਹੋਣ ਲੱਗੀ। ਨਾਲ ਦੀ ਨਾਲ ਇਹਨਾਂ ਨੇ ਕਹਿਤਾ ਜੀ ਕਿ ਹੁਣ ਸਾਨੂੰ ਜਿਹੜੀ ਹੈਗੀ ਇਹ ਤੇ ਵਿਸ਼ਵਾਸ ਨਹੀਂ, ਪਰ ਤੁਸੀਂ ਉਦੋਂ ਦੇ ਕਿਉਂ ਨਹੀਂ ਕਿਹਾ? ਇਹ ਸੈੱਟ ਕਿੰਨਾ ਚਿਰ ਹੋ ਗਿਆ ਕਰਦੀ ਨੂੰ, ਤੁਸੀਂ ਉਦੋਂ ਹੀ ਕਹਿਣਾ ਸੀ ਨਾਲ ਦੀ ਨਾਲ, ਤੁਸੀਂ ਉਦੋਂ ਹੀ ਕੋਰਟ 'ਚ ਜਾਣਾ ਸੀਗਾ ਜਿਹੜੇ ਅੱਜ ਤੁਸੀਂ ਗੱਲ ਕਰ ਰਹੇ ਹੋ। ਤਾਂ ਇਸ ਕਰਕੇ ਸਾਰਾ ਕੁਝ ਇਹ ਨਹੀਂ ਚਾਹੁੰਦੇ ਵੀ ਰਾਮ ਰਹੀਮ ਜੇ ਪੰਜਾਬ 'ਚ ਲਿਆਂਦਾ ਜਾਵੇ, ਜੇ ਪੰਜਾਬ 'ਚ ਰਾਮ ਰਹੀਮ ਨੂੰ ਲਿਆ ਕੇ ਪ੍ਰੋਟੈਕਸ਼ਨ ਫਰੰਟ ਤੇ ਲਿਆ ਕੇ ਉਹ ਤੋਂ ਸਖਤੀ ਨਾਲ ਪੁੱਛਦਾਸ ਹੁੰਦੀ ਹੈ ਤਾਂ ਇਹਨਾਂ ਦੇ ਹੋਰ ਬੜੇ ਨਾਮ ਆਉਣੇ ਆ। ਇਹਦੇ ਪਿੱਛੇ ਬੜਾ ਕੁਝ ਨਿਕਲਣਾ ਹੈ। ਇਹਦੇ ਪਿੱਛੇ ਕਿਹਦੀ ਮਨਸ਼ਾ ਸੀ, ਕੌਣ ਇਹ ਕਿਹਨੇ ਕਰਾਈ ਹੈ, ਇਹ ਰਾਮ ਰਹੀਮ ਤੋਂ ਸਖਤੀ ਨਾਲ ਪੁੱਛੀ ਜਾਣੀ ਹੈ। ਕਿਉਂਕਿ ਹਰਿਆਣੇ ਦੇ ਵਿੱਚ ਤੁਸੀਂ ਪੁੱਛ ਨਹੀਂ ਸਕਦੇ, ਹਰਿਆਣਾ ਸਰਕਾਰ ਨਾਲ ਮਿਲੀ ਹੋਈ ਹੈ। ਹਰਿਆਣਾ ਸਰਕਾਰ ਨੇ ਉਹਨੂੰ ਆਪਦੇ ਕਬਜ਼ੇ 'ਚ ਲੈ ਕੇ ਉਹ ਤੋਂ ਜਿਹੜਾ ਵੀ ਜੀ ਕਰਦਾ ਉਵੇਂ ਉਹ ਤੋਂ ਹੁਕਮ ਦਵਾ ਰਹੇ ਆ ਰਾਮ ਰਹੀਮ ਤੋਂ। ਜੇ ਉਹਨਾਂ ਨੂੰ ਵੋਟਾਂ ਦੀ ਲੋੜ ਹੁੰਦੀ ਹੈ, ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ, ਭੁਪਿੰਦਰ ਜੀ ਮੈਂ ਦੁਬਾਰਾ ਤੁਹਾਡੇ ਕੋਲ ਆਵਾਂਗਾ। ਫਿਲਹਾਲ ਰੁਕਦੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਬ੍ਰੇਕ ਦਾ ਸਮਾਂ ਹੈਗਾ ਤੇ ਮੈਂ ਦੁਬਾਰਾ ਇਸੇ ਚਰਚਾ ਨੂੰ ਜਾਰੀ ਰੱਖਾਂਗਾ। ਤੇ ਜਿਹੜਾ ਅੱਜ ਦਾ ਸਾਡਾ ਸਵਾਲ ਜਿਹੜਾ ਅਸੀਂ ਦਰਸ਼ਕਾਂ ਤੋਂ ਪੁੱਛ ਰਹੇ ਹਾਂ ਕਿ ਬਰਗਾੜੀ ਬੇਅਦਬੀ ਮਾਮਲੇ ਦੇ ਵਿੱਚ ਸਿਆਸੀ ਪਾਰਟੀਆਂ ਦੀ ਜਿਹੜੀ ਸਮਰਥਨ ਦਿੱਤਾ ਸੀਗਾ ਡੇਰੇ ਵੱਲੋਂ, ਕੀ ਉਸ ਦਾ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪੈ ਰਿਹਾ ਜੋ ਇਹ ਇਲਜ਼ਾਮ ਲਗਾਏ ਗਏ ਨੇ? ਜੇਕਰ ਤੁਹਾਡਾ ਜਵਾਬ ਹਾਂ ਦੇ ਵਿੱਚ ਹੈ ਤਾਂ ZPHH Y ਟਾਈਪ ਕਰਕੇ ਭੇਜ ਸਕਦੇ ਹੋ। ਜੇਕਰ ਤੁਹਾਡਾ ਜਵਾਬ ਨਾ ਦੇ ਵਿੱਚ ਹੈ ਤਾਂ ZPHH N ਟਾਈਪ ਕਰਕੇ ਸਾਨੂੰ ਭੇਜ ਸਕਦੇ ਹੋ 57575 ਤੇ।